ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਸ਼ੁਰੂਆਤ ਵਿੱਚ ਇੱਕ ਨਜ਼ਰ ਮਾਰ ਲੈਂਦੇ ਹਾਂ ਖਾਸ ਖਬਰਾਂ ਤੇ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਵਧੀ ਗਿਣਤੀ 20,000 ਤੋਂ ਪਾਰ ਹੋਇਆ ਅੰਕੜਾ। ਪਿਛਲੇ 24 ਘੰਟਿਆਂ ਵਿੱਚ 50 ਮੌਤਾਂ ਦੀ ਪੁਸ਼ਟੀ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਹੋਈ 277। ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਸਾਂਝੀ ਕੀਤੀ ਜਾਣਕਾਰੀ। ਰਾਜਪੁਰਾ ਵਿੱਚ ਕੋਰੋਨਾ ਵਾਇਰਸ ਦੇ 18 ਮਾਮਲੇ ਆਏ ਸਾਹਮਣੇ। 70 ਲੋਕਾਂ ਵਿੱਚੋਂ 18 ਦੀ ਪੋਜ਼ਿਟਿਵ ਆਈ ਰਿਪੋਰਟ। ਸਿਵਲ ਸਰਜਨ ਪਟਿਆਲਾ ਨੇ ਕੀਤੀ ਪੁਸ਼ਟੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸ ਵੱਧ ਕੇ 20,471 ਹੋ ਗਏ ਨੇ। 3,870 ਮਰੀਜ਼ਾਂ ਦਾ ਇਲਾਜ ਹੋ ਚੁੱਕਾ ਹੈ। 652 ਮਰੀਜ਼ਾਂ ਦੀ ਮੌਤ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ 50 ਮੌਤਾਂ ਹੋਈਆਂ ਨੇ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ ਦੇ ਕਹਿਰ ਅਤੇ ਲਾਕਡਾਊਨ ਦੀ ਹਾਲਤ ਤੇ ਤੀਜੀ ਵਾਰ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸੂਬੇ ਦੇ ਸਾਰੇ ਮੁੱਖ ਮੰਤਰੀਆਂ ਨਾਲ 27 ਅਪ੍ਰੈਲ ਦੀ ਸਵੇਰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬੈਠਕ ਕਰਨਗੇ। ਇਸ ਦੌਰਾਨ ਪੀਐਮ ਮੋਦੀ ਮੁੱਖ ਮੰਤਰੀਆਂ ਤੋਂ ਫੀਡਬੈਕ ਵੀ ਲੈਣਗੇ। ਕੇਂਦਰ ਸਰਕਾਰ ਸੂਬੇ ਤੋਂ ਮਿਲੇ ਫੀਡਬੈਕ ਦੇ ਆਧਾਰ ਤੇ ਹੀ ਅੱਗੇ ਦੀ ਰਣਨੀਤੀ ਤਿਆਰ ਕਰੇਗੀ। ਬ੍ਰਿਟੇਨ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਮਨੁੱਖਾਂ ਤੇ ਪਹਿਲਾ ਟ੍ਰਾਇਲ ਕਰਨ ਵਾਲਾ ਹੈ। ਸਰਕਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਵੀਰਵਾਰ ਨੂੰ ਪਹਿਲੀ ਵਾਰ ਕੁਝ ਵਲੰਟੀਅਰਸ ਨੂੰ ਇਸ ਦੀ ਡੋਜ਼ ਦਿੱਤੀ ਜਾਵੇਗੀ। ਬ੍ਰਿਟੇਨ ਦੇ ਹੈਲਥ ਸੈਕਟਰੀ ਮੈਟ ਹੈਨਕਾਕ ਨੇ ਕਿਹਾ ਹੈ ਕਿ ਆਕਸਫੋਰਡ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਇਸ ਵੈਕਸੀਨ ਨੂੰ ਬਣਾਇਆ ਹੈ। ਇਸ ਵਿੱਚ ਵਾਇਰਸ ਨਾਲ ਲੜਨ ਦੀ ਸਮਰੱਥਾ ਹੈ ਅਤੇ ਅਗਲੇ 2 ਦਿਨਾਂ ਵਿੱਚ ਇਸ ਦਾ ਪਹਿਲਾ ਟ੍ਰਾਇਲ ਹੋ ਜਾਵੇਗਾ। ਉਹਨਾਂ ਨੂੰ ਕਲੀਨਿਕਲ ਟ੍ਰਾਇਲ ਦੇ ਲਈ 20 ਮਿਲੀਅਨ ਪਾਉਂਡ ਦੇ ਫੰਡ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇੰਪੀਰੀਅਲ ਕਾਲਜ ਲੰਡਨ ਨੂੰ ਵੈਕਸੀਨ ਤੇ ਰਿਸਰਚ ਤੇ 22.5 ਮਿਲੀਅਨ ਪਾਉਂਡ ਵੀ ਦਿੱਤੇ ਜਾਣਗੇ। ਮੰਗਲਵਾਰ ਨੂੰ ਸ਼ਾਮ ਨੂੰ ਡਾਊਨਿੰਗ ਸਟਰੀਟ ਦੀ ਪ੍ਰੈਸ ਬਰੀਫਿੰਗ ਦੌਰਾਨ ਮੈਟ ਹੈਨਕਾਕ ਨੇ ਕਿਹਾ ਸੀ ਕਿ ਉਹ ਐਲਾਨ ਕਰ ਸਕਦੇ ਨੇ ਕਿ ਵੀਰਵਾਰ ਤੋਂ ਆਕਸਫੋਰਡ ਯੂਨੀਵਰਸਿਟੀ ਦੀ ਬਣਾਈ ਵੈਕਸੀਨ ਦਾ ਲੋਕਾਂ ਤੇ ਟ੍ਰਾਇਲ ਸ਼ੁਰੂ ਹੋ ਜਾਵੇਗਾ। ਉਹਨਾਂ ਕਿਹਾ ਕਿ ਵੈਕਸੀਨ ਦੀ ਖੋਜ ਦੀ ਪ੍ਰਕਿਰਿਆ ਵਿੱਚ ਟ੍ਰਾਇਲ ਦੌਰਾਨ ਐਰਰ ਸਾਹਮਣੇ ਆਉਂਦੇ ਨੇ, ਪਰ ਉਹਨਾਂ ਨੇ ਆਪਣੇ ਸਾਇੰਸਦਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਦਿਸ਼ਾ ਵਿੱਚ ਹਰ ਤਰ੍ਹਾਂ ਦੇ ਸੰਸਾਧਨ ਉਹਨਾਂ ਨੂੰ ਉਪਲਬਧ ਕਰਵਾਏ ਜਾਣਗੇ ਤਾਂ ਜੋ ਉਹਨਾਂ ਨੂੰ ਕਾਮਯਾਬੀ ਮਿਲੇ। ਮੈਟ ਹੈਨਕਾਕ ਨੇ ਕਿਹਾ ਹੈ ਕਿ ਪੂਰੀ ਦੁਨੀਆ ਵਿੱਚ ਪਹਿਲੀ ਵੈਕਸੀਨ ਬਣਾ ਲੈਣ ਦੀ ਕਾਮਯਾਬੀ ਇੰਨੀ ਵੱਡੀ ਹੈ ਕਿ ਇਸ ਦੇ ਲਈ ਕੁਝ ਵੀ ਕੁਰਬਾਨ ਕਰਨ ਲਈ ਅਸੀਂ ਤਿਆਰ ਹਾਂ। ਸਾਇੰਸਦਾਨਾਂ ਨੇ ਕਿਹਾ ਹੈ ਕਿ ਨਵੀਂ ਵੈਕਸੀਨ ਖਸਰਾ, ਮਪਸ ਅਤੇ ਰੁਬੇਲਾ ਜਿਹੀਆਂ ਬਿਮਾਰੀਆਂ ਦੇ ਨਾਲ ਕੋਰੋਨਾ ਤੋਂ ਬਚਾਉਣ ਦੇ ਲਈ ਕਾਰਗਰ ਸਾਬਤ ਹੋਵੇਗੀ। ਭਾਰਤ ਵਿੱਚ ਇਸਨੇ ਲਗਭਗ 20,471 ਲੋਕਾਂ ਨੂੰ ਸੰਕਰਮਿਤ ਕੀਤਾ ਹੈ, ਜਿਸ ਦੇ ਵਿੱਚ 652 ਮੌਤਾਂ ਸ਼ਾਮਿਲ ਹਨ। ਚੰਗੀ ਗੱਲ ਇਹ ਹੈ ਕਿ 4,000 ਤੋਂ ਵੱਧ ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ, ਜਿਹੜੇ ਕਿ ਪੂਰੇ ਵਿਸ਼ਵ ਭਰ ਵਿੱਚ ਇਸ ਬਿਮਾਰੀ ਤੋਂ ਠੀਕ ਹੋਣ ਦੀ ਇੱਕ ਬਹੁਤ ਹੀ ਚੰਗੀ ਰੇਸ਼ੋ ਹੈ। ਅਤੇ ਸੰਬੰਧ ਵਿੱਚ ਰਾਜ ਨੇ ਟੈਸਟ ਲਈ ਕੁੱਲ 7887 ਨਮੂਨੇ ਭੇਜੇ ਹਨ, ਜਿਨ੍ਹਾਂ ਵਿੱਚੋਂ 7100 ਨਮੂਨਿਆਂ ਦੀ ਜਾਂਚ ਨੈਗੇਟਿਵ ਪਾਈ ਗਈ ਹੈ। ਬਦਕਿਸਮਤੀ ਨਾਲ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਸੱਲੀ ਬਖਸ਼ ਗੱਲ ਇਹ ਹੈ ਕਿ ਸੂਬੇ ਵਿੱਚ 53 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਸਰਕਾਰ ਨੇ ਦੁਹਰਾਇਆ ਹੈ ਕਿ ਕੰਟੇਨਮੈਂਟ ਜ਼ੋਨ ਜਾਂ ਹੌਟਸਪੌਟਾਂ ਵਿੱਚੋਂ ਕਿਸੇ ਵੀ ਉਦਯੋਗਿਕ ਸਰਗਰਮੀ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ, ਜਦਕਿ ਹੋਰ ਖੇਤਰਾਂ ਵਿੱਚ ਉਦਯੋਗਿਕ ਇਕਾਈ ਨੂੰ ਸਰਕਾਰ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸਰਕਾਰ ਨੇ ਕਰਫਿਊ ਦਾ ਸਮਾਂ ਮੁੱਕਣ ਤੋਂ ਬਾਅਦ ਕਰਫਿਊ ਦੀਆਂ ਪਾਬੰਦਾਂ ਨੂੰ ਹੌਲੀ-ਹੌਲੀ ਅਤੇ ਯੋਜਨਾਬੱਧ ਢੰਗ ਨਾਲ ਕਿਸ ਤਰ੍ਹਾਂ ਹਟਾਉਣਾ ਹੈ, ਇਸ ਬਾਰੇ ਆਪਣੀ ਰਣਨੀਤੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਲਈ ਸਰਕਾਰ ਨੇ ਜ਼ਮੀਨੀ ਸਥਿਤੀ ਦੀ ਜਾਂਚ ਕਰਨ ਅਤੇ ਯੋਜਨਾ ਬਣਾ ਕੇ ਪੇਸ਼ ਕਰਨ ਲਈ ਇੱਕ ਟਾਸਕ ਫੋਰਸ ਵੀ ਬਣਾ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਪਟਿਆਲਾ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਰਾਜਪੁਰਾ ਵਿੱਚ ਬੀਤੇ ਦਿਨ ਲਏ ਗਏ 70 ਵਿੱਚੋਂ 18 ਸੈਂਪਲਾਂ ਦੀ ਰਿਪੋਰਟ ਪੋਜ਼ਿਟਿਵ ਆਈ। ਇਸ ਦੇ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਪੋਜ਼ਿਟਿਵ ਕੇਸਾਂ ਦੀ ਗਿਣਤੀ 49 ਹੋ ਗਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਸਿਰਫ ਇੱਕ ਮਰੀਜ਼ ਹੀ ਤੰਦਰੁਸਤ ਹੋ ਕੇ ਆਪਣੇ ਘਰ ਪਹੁੰਚਿਆ ਹੈ। ਸਿਵਲ ਸਰਜਨ ਡਾਕਟਰ ਹਰੀਸ਼ ਮਲਹੋਤਰਾ ਨੇ ਦੱਸਿਆ ਹੈ ਕਿ ਇਹਨਾਂ ਵਿਅਕਤੀਆਂ ਨੂੰ ਤੁਰੰਤ ਸਰਕਾਰੀ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਹੈ ਕਿ ਪਟਿਆਲਾ ਸ਼ਹਿਰ ਵਿੱਚ ਸਫਾਬਾਦੀ ਗੇਟ ਤੇ ਕਿਤਾਬਾਂ ਵਾਲੇ ਬਾਜ਼ਾਰ ਇਲਾਕੇ ਵਿੱਚੋਂ 49 ਹੋਰ ਵਿਅਕਤੀਆਂ ਦੇ ਸੈਂਪਲ ਲਏ ਗਏ ਨੇ। ਡਾਕਟਰ ਮਲਹੋਤਰਾ ਨੇ ਦੱਸਿਆ ਹੈ ਕਿ ਪਟਿਆਲਾ ਸਾਰੀ ਆਬਾਦੀ ਦੀ ਸਕਰੀਨਿੰਗ ਦਾ 99% ਕੰਮ ਪੂਰਾ ਹੋ ਚੁੱਕਾ ਹੈ, ਜਦੋਂ ਕਿ ਰਾਜਪੁਰਾ ਵਿੱਚ 60% ਕੰਮ ਪੂਰਾ ਹੋ ਚੁੱਕਾ ਹੈ।
ਅੱਜ ਪਟਿਆਲੇ ਜਿਹੜੀ ਪੋਪੂਲੇਸ਼ਨ ਦੀ ਸਕਰੀਨਿੰਗ ਚੱਲ ਰਹੀ ਸੀ ਉਹ 99% ਤੋਂ ਵੱਧ ਕੰਪਲੀਟ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਹੀ ਰਾਜਪੁਰਾ ਸ਼ਹਿਰ 'ਚ ਵੀ ਤਕਰੀਬਨ 60% ਜਿਹੜੀ ਹੈ ਪੋਪੂਲੇਸ਼ਨ ਸਕਰੀਨਿੰਗ 'ਚ ਕਵਰ ਕਰਤੀ ਹੈ ਤੇ 16 ਟੀਮਾਂ ਲੱਗੀਆਂ ਹੋਈਆਂ ਨੇ। ਆਸ ਹੈ ਕਿ ਅਗਲੇ ਆਉਣ ਵਾਲੇ 2-3 ਦਿਨ 'ਚ ਉਹ ਵੀ ਪੂਰੀ ਕਰ ਦਿੱਤੀ ਜਾਵੇਗੀ। ਅੱਜ ਅਸੀਂ 49 PCR ਦੇ ਸੈਂਪਲ ਹੋਰ ਲਏ ਨੇ ਸਫਾਵਾਦੀ ਗੇਟ ਔਰ ਬੁੱਕਸ ਮਾਰਕੀਟ ਏਰੀਏ 'ਚੋਂ ਤੇ ਉਹਨਾਂ ਦੀ ਰਿਪੋਰਟ ਕੱਲ੍ਹ ਆਏਗੀ। ਜਿਹੜੇ ਕੱਲ੍ਹ 70 ਟੈਸਟ ਰਾਜਪੁਰੇ ਤੋਂ ਲਏ ਸੀ ਉਹਨਾਂ 'ਚੋਂ 15 ਪੋਜ਼ਿਟਿਵ ਆਏ ਨੇ ਤੇ ਉਹਨਾਂ ਦੀ ਵੀ ਅੱਗੇ ਜਿਹੜੀ ਕਾਰਵਾਈ ਜਾਰੀ ਹੈ। ਕੁਛ ਦੇਰ ਬਾਅਦ ਉਹਨਾਂ ਨੂੰ ਵੀ ਰਾਜਿੰਦਰਾ ਦੀ ਹਸਪੀਟਲ ਦੀ ਆਈਸੋਲੇਸ਼ਨ ਫੈਸਿਲਿਟੀ ਸ਼ਿਫਟ ਕਰ ਦਿੱਤਾ ਜਾਵੇਗਾ। ਜੰਮੂ ਕਸ਼ਮੀਰ ਸਰਕਾਰ ਦੇ ਵੱਲੋਂ ਲਾਕਡਾਊਨ ਕਾਰਨ ਪੰਜਾਬ ਵਿੱਚ ਰਹਿ ਗਏ ਆਪਣੇ ਰਾਜ ਦੇ ਬਸ਼ਿੰਦਿਆਂ ਨੂੰ ਐਂਟਰੀ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਮਗਰੋਂ ਤਕਰੀਬਨ 100 ਕਸ਼ਮੀਰੀ ਨਾਗਰਿਕ ਵਾਪਸ ਬਠਿੰਡਾ ਮੁੜ ਆਏ ਨੇ। ਬਠਿੰਡਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਸਾਰੇ ਨਾਗਰਿਕਾਂ ਜਿਨ੍ਹਾਂ ਵਿੱਚ ਵਿਦਿਆਰਥੀ ਤੇ ਔਰਤਾਂ ਸ਼ਾਮਲ ਨੇ ਉਹਨਾਂ ਨੂੰ PITC ਦੀਆਂ 4 ਬੱਸਾਂ ਰਾਹੀਂ ਬਠਿੰਡਾ ਤੋਂ ਰਵਾਨਾ ਕੀਤਾ ਗਿਆ ਸੀ ਅਤੇ ਸਾਰਿਆਂ ਨੂੰ ਲਖਨਪੁਰ ਸਰਹੱਦ ਤੇ ਛੱਡਿਆ ਜਾਣਾ ਸੀ, ਜਿੱਥੋਂ ਅੱਗੇ ਜੰਮੂ ਸਰਕਾਰ ਦੀਆਂ ਗੱਡੀਆਂ ਰਾਹੀਂ ਸਭਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਣਾ ਸੀ। ਪਰ ਬੱਸਾਂ ਤਰਨਤਾਰਨ ਹੀ ਪਹੁੰਚੀਆਂ ਸਨ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਫੋਨ ਦੇ ਜ਼ਰੀਏ ਬਠਿੰਡਾ ਪ੍ਰਸ਼ਾਸਨ ਨੂੰ ਕੋਰੋਨਾ ਦੇ ਕਾਰਨ ਕਿਸੇ ਨੂੰ ਵੀ ਆਪਣੀ ਹੱਦ ਅੰਦਰ ਦਾਖਲ ਹੋਣ ਤੋਂ ਇਨਕਾਰ ਕੀਤੇ ਜਾਣ ਦੇ ਕਾਰਨ ਬੱਸਾਂ ਨੂੰ ਵਾਪਸ ਮੁੜਨਾ ਪਿਆ। चार बसेस उन्होंने हमें मतलब अलाउ किए सर। जो ही हम तरमतार पहुँचे, तरमतार पहुँचते ही वहाँ से हमें वापस लिया गया। जब हमने कारण पूछा तो बताया गया कि जो कि JK एडमिनिस्ट्रेशन है वो आपको अलाउ नहीं कर रहे सर, इस कारण हमें वहाँ से वापस भेज दिया सर। क्यों नहीं अलाउ किया सर खुद समझ नहीं आ रहा है सर क्या कर रहे हैं JK एडमिनिस्ट्रेशन सर। मुझे अब ये नहीं पता चल रहा है कि शायद हम JK मतलब कश्मीर के नागरिक नहीं है सर। और कई जगहों पे जैसे जैसलमेर हो गया सर और अमृतसर से परसों स्टूडेंट को लेके गए सर। अगर वो कश्मीर के सर के हम कश्मीर के नहीं है सर। हम आप देख सकते हो और बठिंडा में पिछले जो भी लॉकडाउन हुआ है लॉकडाउन का पूरी तरीके से हमने मतलब पालन किया है। अंदर बंद थे हम अच्छे से, क्वारंटाइन होम क्वारंटाइन जिससे हम कहेंगे सर, होम क्वारंटाइन हुए सर हम, ठीक है जी। तो उसके बावजूद भी हमें अलाउ नहीं कर रहे सर। मैं आपकी चैनल की वसादत से अपने JK एडमिनिस्ट्रेशन से गुजारिश करना चाहता हूँ, आप ऐसा कीजिए। अगर आप हम आपको बोर लगते हैं सर, हम यहीं पे आप हमें मेडिकल मतलब चेकअप करवा के हमें यहीं पे क्वारंटाइन कीजिए 15 दिन के बजाय हमें 20 दिन यहीं पे रोक लीजिए। उसके बाद प्लीज़ हमें अलाउ कीजिएगा अपने UT में आने के लिए, क्योंकि बहुत ही पाक महीना आने वाला है। 24 परसों से स्टार्ट हो रहा है माह मुबारक और हर कोई फैमिली चाहती है कि वो इस महीने में घर पे रहे सर। ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਕੋਵਿਡ-19 ਕਾਰਨ ਵਿਸ਼ਵ ਵਿਆਪੀ ਲਾਕਡਾਊਨ ਦੌਰਾਨ ਵੱਖ-ਵੱਖ ਦੇਸ਼ਾਂ ਵਿੱਚ ਫਸੇ ਸੈਂਕੜੇ ਭਾਰਤੀਆਂ ਦੀ ਸੁਰੱਖਿਆ ਦੇਸ਼ ਵਾਪਸੀ ਯਕੀਨੀ ਬਣਾਈ ਜਾਵੇ। ਮਾਨ ਦੇ ਮੁਤਾਬਕ ਇਨ੍ਹਾਂ ਭਾਰਤੀਆਂ ਵਿੱਚ ਬਹੁਤ ਗਿਣਤੀ ਪੰਜਾਬੀਆਂ ਦੀ ਹੈ ਅਤੇ ਕਾਫੀ ਲੋਕ ਤਾਂ ਟ੍ਰਾਂਜੈਕਸ਼ਨ ਦੌਰਾਨ 에ਅਰਪੋਰਟਸ ਤੇ ਵੀ ਫਸੇ ਹੋਏ ਨੇ। ਇਸ ਮੌਕੇ ਉਹਨਾਂ ਹਜੂਰ ਸਾਹਿਬ ਵਿੱਚ ਫਸੇ ਸਿੱਖ ਸ਼ਰਧਾਲੂਆਂ ਦਾ ਮਾਮਲਾ ਹੱਲ ਹੋਣ ਦੀ ਜਾਣਕਾਰੀ ਵੀ ਸਾਂਝੀ ਕੀਤੀ। ਦੋਸਤੋ, ਕਰੋਨਾ ਵਾਇਰਸ ਕਰਕੇ ਪੂਰੀ ਦੁਨੀਆ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ। ਕਿਤੇ ਲਾਕਡਾਊਨ ਹੈ, ਕਿਤੇ ਕਰਫਿਊ ਹੈ ਤੇ ਚਿੰਤਾਵਾਂ ਲੋਕਾਂ ਦੀਆਂ ਬਹੁਤ ਨੇ। ਖਾਸ ਤੌਰ ਤੇ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਦੇ ਪਰਿਵਾਰ ਦੇ ਕੋਈ ਮੈਂਬਰ ਜਾਂ ਕੋਈ ਰਿਸ਼ਤੇਦਾਰ ਜਾਂ ਕੋਈ ਹਰਮਨ ਪਿਆਰੇ ਜਿਹੜੇ ਨੇ ਉਹ ਬਾਹਰਲੇ ਸੂਬੇ 'ਚ ਕਿਤੇ ਸਟਕ ਹੋ ਗਏ ਜਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਫਸ ਗਏ। ਸੋ ਸਾਡੇ ਕੋਲ ਲਗਾਤਾਰ ਈਮੇਲਸ ਵਗੈਰਾ ਆਉਂਦੀਆਂ ਰਹਿੰਦੀਆਂ ਨੇ। ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਜਿੱਥੇ ਵੀ ਉਹ ਹੈਗੇ ਨੇ ਉਹਨਾਂ ਨਾਲ ਸੰਪਰਕ ਕਰਕੇ ਉੱਥੋਂ ਦੇ ਪ੍ਰਸ਼ਾਸਨ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਜੇ ਕੋਈ ਐਮਰਜੈਂਸੀ ਹੈ ਤਾਂ ਉਹਨਾਂ ਤੱਕ ਜਿਹੜੀ ਹੈ ਉਹ ਸੁਵਿਧਾ ਪਹੁੰਚਾਈ ਜਾਵੇ, ਜਾਂ ਰਾਸ਼ਨ ਦੀ ਜਾਂ ਮੈਡੀਕਲ ਦੀ। ਇੱਕ ਮੇਰੇ ਕੋਲ ਖੁਸ਼ਖਬਰੀ ਹੈ ਇਸੇ ਦੌਰਾਨ ਕਿ ਤਖਤ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਿਹੜੇ ਸ਼ਰਧਾਲੂ ਗਏ ਸੀਗੇ ਬਹੁਤ ਸਾਰੇ, ਲਗਭਗ 3000 ਦੇ ਕਰੀਬ ਹੈ ਜਿਹੜੇ ਉੱਥੇ ਸਟਕ ਹੋ ਗਏ ਸੀ। ਉਹ ਇਕੱਲੇ ਪੰਜਾਬ ਤੋਂ ਨਹੀਂ, ਸਾਰੇ ਪੰਜਾਬ ਦੇ ਜ਼ਿਲ੍ਹਿਆਂ ਤੋਂ ਤਾਂ ਹੈਗੇ ਨੇ, ਪਰ ਬਾਹਰਲੇ ਮੁਲਕਾਂ ਚੋਂ ਨੇ, ਆਸਟ੍ਰੇਲੀਆ ਚੋਂ, ਕੈਨੇਡਾ ਚੋਂ ਵੀ ਸਾਨੂੰ ਫੋਨ ਆਏ ਨੇ। ਮੈਂ ਉਹਨਾਂ ਨਾਲ ਇਨ ਟੱਚ ਵੀ ਹਾਂ ਜਿਹੜੇ ਉੱਥੇ ਸਟਕ ਹੋਏ ਹੋਏ ਨੇ। ਜਿਹੜਾ ਗ੍ਰਹਿ ਮੰਤਰਾਲੇ ਨੇ ਚੀਫ ਸੈਕਟਰੀ ਮਹਾਰਾਸ਼ਟਰ ਨਾਲ ਗੱਲ ਕੀਤੀ ਹੈ ਕਿ ਉਹਨਾਂ ਨੂੰ ਅਲਾਓ ਕਰੋ, ਤੇ ਚੀਫ ਸੈਕਟਰੀ ਨੇ ਕਲੈਕਟਰ ਕਹਿੰਦੇ ਆਪਣੇ DC ਕਹਿ ਦਿੰਦੇ ਆ, ਉੱਥੇ ਕਲੈਕਟਰ ਕਹਿੰਦੇ ਆ, ਕਲੈਕਟਰ ਨੰਦੇੜ ਸਾਹਿਬ ਨਾਲ ਗੱਲ ਕੀਤੀ ਹੈ ਤੇ MP ਸਾਹਿਬ ਨੇ ਮੈਨੂੰ ਦੱਸਿਆ ਕਿ ਕੱਲ ਤੋਂ ਉਹਨਾਂ ਦੀ ਘਰ ਵਾਪਸੀ ਸ਼ੁਰੂ ਹੋਊਗੀ। ਪਰ ਇਹ ਘਰ ਵਾਪਸੀ ਥੋੜਾ ਜਿਹਾ ਸਿਸਟਮੈਟਿਕਲੀ ਹੋਊਗੀ। 2 ਬੱਸਾਂ ਸਵੇਰੇ ਚੱਲਿਆ ਕਰਨਗੀਆਂ ਤੇ 2 ਬੱਸਾਂ ਸ਼ਾਮ ਨੂੰ, ਤੇ ਇੱਕ ਬੱਸ ਦੇ ਵਿੱਚ 35 ਮੁਸਾਫਰ ਹੋਣਗੇ, ਯਾਨੀ ਕਿ 70 ਸਵੇਰੇ 70 ਸ਼ਾਮ ਨੂੰ, ਯਾਨੀ ਕਿ ਲਗਭਗ 125 ਤੋਂ 140 ਦੇ ਨੇੜੇ ਤੇੜੇ ਲੋਕ ਜਿਹੜੇ ਨੇ ਹਰ ਰੋਜ਼ ਉੱਥੋਂ ਵਾਪਸ ਆਉਣਗੇ। ਗ੍ਰਹਿ ਮੰਤਰਾਲੇ ਦੀ ਪ੍ਰਵਾਨਗੀ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਉਹਨਾਂ ਦੇ ਵਹੀਕਲਾਂ ਦੇ ਨੰਬਰ ਵਗੈਰਾ ਵੀ ਹੋ ਗਏ ਤੇ ਉਹਨਾਂ ਨੇ ਮੈਨੂੰ MP ਸਾਹਿਬ ਨੇ ਦੱਸਿਆ ਕਿ 20 ਬੱਸਾਂ ਸਾਡੇ ਕੋਲੇ ਆਲਰੇਡੀ ਪ੍ਰਬੰਧ ਹੋ ਗਿਆ।
ਕੱਲ ਤੋਂ ਉਹਨਾਂ ਦੀ ਜਿਹੜੀ ਘਰ ਵਾਪਸੀ ਸ਼ੁਰੂ ਹੋ ਜੂਗੀ। ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਲਾਕਡਾਊਨ ਦੌਰਾਨ ਸੂਬੇ ਦੇ ਅੰਦਰ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਸੰਬੰਧੀ ਲਿਆਂਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕੀਤਾ। ਚੀਮਾ ਅਨੁਸਾਰ ਅਜਿਹੇ ਹਾਲਾਤਾਂ ਵਿੱਚ ਠੇਕੇ ਖੁੱਲ੍ਹਣ ਤੇ ਸਿਰਫ ਸ਼ਰਾਬ ਮਾਫੀਆ ਨੂੰ ਮੌਜਾਂ ਲੱਗਣਗੀਆਂ, ਜਦਕਿ ਸ਼ਰਾਬ ਦੇ ਕਾਰਨ ਆਮ ਲੋਕਾਂ ਦੇ ਘਰਾਂ ਵਿੱਚ ਕਲੇਸ਼ ਵਧਣਗੇ। ਆਪ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਜਿਹੇ ਮਾਹੌਲ ਵਿੱਚ ਠੇਕਿਆਂ ਦਾ ਖੁੱਲ੍ਹਣਾ ਸਮਾਜਿਕ ਅਤੇ ਨੈਤਿਕ ਪੱਧਰ ਤੇ ਪੂਰੀ ਤਰ੍ਹਾਂ ਗਲਤ ਹੋਵੇਗਾ। ਇਸ ਦੇ ਲਈ ਕੈਪਟਨ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਕੋਲੋਂ ਠੇਕੇ ਖੋਲ੍ਹੇ ਜਾਣ ਸੰਬੰਧੀ ਇਜਾਜ਼ਤ ਪੰਜਾਬ ਸਰਕਾਰ ਨੂੰ ਵਾਪਸ ਲੈਣੀ ਚਾਹੀਦੀ ਹੈ। ਜੇਕਰ ਪੰਜਾਬ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਕੇਂਦਰ ਸਰਕਾਰ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਕਦਾਚਿਤ ਇਜਾਜ਼ਤ ਨਾ ਦੇਵੇ। ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਬੇਸ਼ੱਕ ਪੰਜਾਬ ਸਰਕਾਰ ਸਰਕਾਰੀ ਮਾਲੀਆ ਦਾ ਹਵਾਲਾ ਦੇ ਕੇ ਮਨਜ਼ੂਰੀ ਮੰਗ ਰਹੀ ਹੈ, ਪਰੰਤੂ ਅਸਲ ਵਿੱਚ ਕੈਪਟਨ ਸਰਕਾਰ ਨੂੰ ਆਪਣੇ ਚਹੇਤਿਆਂ ਵੱਲੋਂ ਚਲਾਏ ਜਾਂਦੇ ਸ਼ਰਾਬ ਮਾਫੀਆ ਦੀ ਫਿਕਰ ਸਤਾ ਰਹੀ ਹੈ। ਚੀਮਾ ਨੇ ਵੀ ਕਿਹਾ ਹੈ ਕਿ ਇਹ ਕਹਿਣ ਵਿੱਚ ਸਾਨੂੰ ਰੱਤੀ ਭਰ ਗੁਰੇਜ਼ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਸ਼ਰਾਬ ਫੈਕਟਰੀਆਂ ਦੇ ਮਾਲਕ ਨੇ। ਚੀਮਾ ਨੇ ਕਿਹਾ ਹੈ ਕਿ ਸਰਕਾਰ ਦੇ ਅਜਿਹੇ ਫੈਸਲੇ ਸਾਬਿਤ ਕਰਦੇ ਨੇ ਕਿ ਸਰਕਾਰ ਨੂੰ ਗਰੀਬਾਂ, ਲੋੜਵੰਦਾਂ ਦੇ ਰਾਸ਼ਨ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਕੋਰੋਨਾ ਵਾਇਰਸ ਨਾਲ ਸਿੱਧੀ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ, ਐਂਬੂਲੈਂਸ ਡਰਾਈਵਰਜ਼, ਪੈਰਾਮੈਡੀਕਲ ਸਟਾਫ ਅਤੇ ਦਿਨ ਰਾਤ ਡਿਊਟੀ ਕਰ ਰਹੇ ਪੁਲਿਸ ਪ੍ਰਸ਼ਾਸਨ ਅਤੇ ਬਿਜਲੀ ਮਹਿਕਮੇ ਦੇ ਸਟਾਫ ਦੀ ਥਾਂ ਤੇ ਸ਼ਰਾਬ ਮਾਫੀਆ ਦੀ ਜ਼ਿਆਦਾ ਫਿਕਰ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਲੜ ਰਹੇ ਸਿਹਤ ਕਰਮੀਆਂ ਅਤੇ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਦੇ ਲਈ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਵਿਸ਼ੇਸ਼ ਲਾਈਟਿੰਗ ਕੀਤੀ ਗਈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਮੇਟੀ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਕੋਰੋਨਾ ਦੀ ਮਹਾਮਾਰੀ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ। ये गुरुद्वारा बंगला साहिब, जिसको आज विशेष रूप से इल्यूमिनेट किया गया है, गुरु हरकृष्ण जी के चरणों में ये बेनती की गई, हे परमात्मा, ये जो हमारे पे अंधेरा छा गया है, ये मानवता पे जो अंधेरा छाया हुआ है, ये रोशनी के रूप में तब्दील हो। हमने परमात्मा के चरणों में ये अरदास की और हमें यकीन है और ये उन सबको डेडिकेटेड है जो इस मानवता के ऊपर जो कहर पड़ा है, जो बीमारी का एक महामारी पड़ी है, उसके लिए लड़ रहे हैं, चाहे वो डॉक्टर्स हों, चाहे वो पुलिस पर्सनल्स हों, चाहे वो रिलीजियस ऑर्गेनाइजेशंस हों, चाहे वो धर्म गुरु हों, उन सबको डेडिकेट है और हम परमात्मा से यही प्रार्थना कर रहे हैं ये अंधेरा छटे और इसी तरह ये जो लाइट है ये हमारे सबके जीवन काल के अंदर खुशियां लेके आए। और हमें बहुत उम्मीद है बहुत ही गुरु साहब जल्दी हमारे पे कृपा करेंगे। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਹਰ ਲੋੜਵੰਦ ਨੂੰ ਮਦਦ ਪਹੁੰਚਾਈ ਜਾ ਰਹੀ ਹੈ। ਇਸ ਦੇ ਲਈ ਪੰਜਾਬ ਹੀ ਨਹੀਂ ਵੱਖ-ਵੱਖ ਸੂਬਿਆਂ ਵਿੱਚ ਟਰਸਟ ਦੇ ਸਥਾਨਕ ਮੈਂਬਰਾਂ ਵੱਲੋਂ ਵੱਧ ਚੜ੍ਹ ਕੇ ਲੋਕਾਂ ਤੱਕ ਜ਼ਰੂਰਤ ਦਾ ਸਮਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਚੁੱਕੀ ਜਾ ਰਹੀ ਹੈ। ਇਸ ਦੀ ਟਰਸਟ ਦੇ ਮੈਨੇਜਿੰਗ ਟਰਸਟੀ ਡਾਕਟਰ ਐਸ.ਪੀ. ਸਿੰਘ ਬਰਾਏ ਵੱਲੋਂ ਤਾਰੀਫ ਕੀਤੀ ਗਈ। ਉਹਨਾਂ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਆਮ ਜਨ ਜੀਵਨ ਠੱਪ ਹੈ, ਉੱਥੇ ਟਰਸਟ ਦੇ ਨੁਮਾਇੰਦੇ ਬਿਨਾਂ ਕਿਸੇ ਡਰ ਖੌਫ ਦੇ ਜੀ ਜਾਨ ਦੇ ਨਾਲ ਲੋੜਵੰਦਾਂ ਦੀ ਸੇਵਾ ਕਰ ਰਹੇ ਨੇ। ਦੇਖੋ, ਜਿਸ ਤਰ੍ਹਾਂ ਇਹ ਜਿਹੜੀ ਕਰੋਨਾ ਦੀ ਮਹਾਂਮਾਰੀ ਸਾਰੇ ਪਾਸੇ ਫੈਲੀ ਹੋਈ ਹੈ, ਜਿੱਥੇ ਡਾਕਟਰ ਸਾਹਿਬਾਨ, ਪੁਲਿਸ ਪ੍ਰਸ਼ਾਸਨ, ਡਿਸਟ੍ਰਿਕਟ ਜ਼ਿਲ੍ਹਾ ਪ੍ਰਸ਼ਾਸਨ, ਸਾਰੀਆਂ ਸਰਕਾਰਾਂ ਜਿਹੜੀਆਂ ਪੂਰਾ ਤਨ ਮਨੋਂ ਇਹ ਸੇਵਾ ਨਿਭਾ ਰਹੀਆਂ ਨੇ। ਨਾਲ ਦੀ ਨਾਲ ਮੈਂ ਸਪੈਸ਼ਲ ਥੈਂਕਸ ਕਰਨਾ ਚਾਹਾਂਗਾ ਆਪਣੇ ਸਰਬੱਤ ਦੇ ਭਲਾ ਚੈਰੀਟੇਬਲ ਟਰਸਟ ਦੀਆਂ ਸਾਰੀਆਂ ਡਿਸਟ੍ਰਿਕਟ ਵਾਈਜ਼ ਟੀਮਾਂ ਦਾ। ਹਰ ਡਿਸਟ੍ਰਿਕਟ ਸਾਡੇ 25 30 40 ਮੈਂਬਰ ਨੇ, ਸੋ ਉਹ ਵੀ ਦਿਨ ਰਾਤ ਇੱਕ ਉਹਨਾਂ ਨੇ ਕੀਤੀ ਹੋਈ ਹੈ। ਚਾਹੇ ਉਹ ਰਾਸ਼ਨ ਵੰਡ ਹੈ, ਚਾਹੇ ਉਹ ਕਿੱਟਾਂ ਸਪਲਾਈ ਕਰ ਰਹੇ ਨੇ, ਚਾਹੇ ਕੁਝ ਵੀ ਹੈ, ਉਹ ਵੀ ਫੈਮਿਲੀ ਨੂੰ ਛੱਡ ਕੇ ਤੇ ਇਸ ਲਈ ਕਰ ਰਹੇ ਨੇ। ਮੈਂ ਬਹੁਤ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਕਰਕੇ ਹੀ ਹੈ ਕਿ ਜਿਹੜਾ ਅੱਜ ਅਸੀਂ ਰਾਸ਼ਨ ਵੀ 10 ਦਿਨਾਂ 'ਚ ਸਾਰਾ ਪੰਜਾਬ ਕਵਰ ਕਰਤਾ, ਰਾਸ਼ਨ ਵੰਡਤਾ। ਇਹੋ ਜਿਹੀ ਚੇਨ ਬਣੀ ਹੋਈ ਹੈ ਡਿਸਟ੍ਰਿਕਟ ਵਾਈਜ਼। ਅੱਜ ਇਹ ਮੈਡੀਕਲ ਦਾ ਆਪਾਂ ਇਹਦੀ ਗੱਲ ਕਰੀਏ, ਕਿੱਟਾਂ ਦੀ ਜਾਂ ਮਾਸਕ ਦੀ ਗੱਲ kariye ਤੇ ਹੱਥੋਂ ਹੱਥ ਜਿਹੜੇ ਸਾਡੇ ਹਰ ਪਿੰਡਾਂ ਤੱਕ ਪਹੁੰਚ ਗਈਆਂ ਤੇ ਇਹ ਸਾਰਾ ਮੈਂ ਬਹੁਤ ਧੰਨਵਾਦ ਕਰਦਾ। ਤੇ ਉਹਨਾਂ ਨੂੰ ਮੈਂ ਇੱਕ ਇਹ ਵੀ ਕਹਿਣਾ ਚਾਹਾਂਗਾ ਕਿ ਜਿੱਥੇ ਤੁਸੀਂ ਕਿੱਟਾਂ ਤਿਆਰ ਕਰਦੇ ਹੋ, ਰਾਸ਼ਨ ਦੀਆਂ ਕਿੱਟਾਂ ਤਿਆਰ ਕਰਦੇ ਹੋ, ਡਿਸਟੈਂਸ ਜਿਹਾ ਤੁਸੀਂ ਬਣਾ ਕੇ ਰੱਖੋ ਔਰ ਦਸਤਾਨੇ ਪਾ ਕੇ ਰੱਖੋ ਔਰ ਪਲੱਸ ਜਿਹੜੇ ਤੁਹਾਡੇ ਮਾਸਕ ਨੇ, ਮਾਸਕ ਜ਼ਰੂਰ ਯੂਜ਼ ਕਰੋ। ਮਾਸਕ ਤੋਂ ਬਗੈਰ ਕੋਈ ਕੰਮ ਨਾ ਕਰੋ।
ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਕੋਰ ਕਮੇਟੀ ਦੇ ਚੇਅਰਮੈਨ ਬਲਮਲਕੀਤ ਸਿੰਘ ਨੇ ਕੋਰੋਨਾ ਵਾਇਰਸ ਦੌਰਾਨ ਦੇਸ਼ ਭਰ ਵਿੱਚ ਕੀਤੇ ਗਏ ਲਾਕਡਾਊਨ ਦੇ ਕਾਰਨ ਟਰਾਂਸਪੋਰਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ। ਉਹਨਾਂ ਕੁਝ ਸਵਾਲ ਚੁੱਕਦਿਆਂ ਕਿਹਾ ਕਿ ਕੇਂਦਰ ਸਰਕਾਰ ਟਰੱਕ ਆਪਰੇਟਰਾਂ ਦੀਆਂ ਮੁਸ਼ਕਲਾਂ ਦਾ ਜਲਦ ਹੱਲ ਕਰੇ। ਕਿ ਪਰਿਵਹਨ ਉਦਯੋਗ ਜਿਹੜਾ ਕਿ ਇਸ ਦੇਸ਼ ਦੇ 20 ਕਰੋੜ ਲੋਕਾਂ ਨਾਲ ਜੁੜਿਆ ਹੈ, ਅੱਜ ਕੰਗਾਲੀ ਦੀ ਹਾਲਾਤ ਵਿੱਚ ਹੈ ਕਿ ਇਹਨੂੰ ਕੋਈ ਰਾਹਤ ਪੈਕੇਜ ਨਹੀਂ ਮਿਲਣਾ ਚਾਹੀਦਾ। ਕਿ ਸਾਡੇ ਡਰਾਈਵਰ ਜਿਹੜੇ ਜਾਨ ਹਥੇਲੀ ਦੇ ਲੱਗ ਕੇ ਅੱਜ ਵਿਪਰੀਤ ਪਰਿਸਥਿਤੀਆਂ ਵਿੱਚ ਵੀ ਮਾਲ ਦੀ ਢੁਲਾਈ ਕਰ ਰਹੇ ਹਨ, ਉਹਨਾਂ ਨੂੰ ਬੀਮਾ ਨਹੀਂ ਮਿਲਣਾ ਚਾਹੀਦਾ ਜਿੱਦਾਂ ਕਿ ਪੈਰਾਮੈਡੀਕਲ ਸਟਾਫ ਨੂੰ ਮਿਲਿਆ ਹੈ। ਕਿ ਵਾਇਰਸ ਨੂੰ ਰੋਕਣ ਲਈ ਸਾਡੇ ਜਿਹੜੇ ਟਰੱਕ ਹਨ ਇਹਨਾਂ ਨੂੰ ਰਾਜ ਮਾਰਗ ਤੇ ਨੈਸ਼ਨਲ ਹਾਈਵੇ ਦੇ ਉੱਪਰ 200 ਕਿਲੋਮੀਟਰ ਦੇ ਕੈਂਪ ਲਾ ਕੇ ਇਹਨਾਂ ਨੂੰ ਸੈਨੀਟਾਈਜ਼ ਨਹੀਂ ਕਰਨਾ ਚਾਹੀਦਾ, ਡਰਾਈਵਰਾਂ ਦੀ ਥਰਮਲ ਸਕਰੀਨਿੰਗ ਨਹੀਂ ਕਰਨੀ ਚਾਹੀਦੀ। ਕਿ ਅੱਜ ਇਹ ਉਚਿਤ ਹੈ ਕਿ ਜਦੋਂ ਕਿ ਦੇਸ਼ ਮਹਾਮਾਰੀ ਦੇ ਖਿਲਾਫ ਜੰਗ ਲੜ ਰਿਹਾ ਹੈ, ਟੋਲ ਦੇ ਵਧੇ ਹੋਏ ਰੇਟ ਤੇ ਟੋਲ ਚਾਲੂ ਕਰਕੇ ਅਤਿਰਿਕਤ ਬੋਝ ਪਾਣਾ ਪਰਿਵਹਨ ਉਦਯੋਗ ਦੇ ਉੱਪਰ ਕੀ ਉਚਿਤ ਹੈ। ਕਿ ਕੱਚੇ ਤੇਲ ਦੀ ਕੀਮਤ ਪੂਰੇ ਸੰਸਾਰ 'ਚ ਜਿਹੜੀ ਸ਼ੂਨਯ ਤੇ ਆ ਗਈ ਹੈ, ਇਹਦਾ ਲਾਭ 130 ਕਰੋੜ ਭਾਰਤੀਆਂ ਨੂੰ, ਆਮ ਜਨਤਾ ਨੂੰ, ਕਿਸਾਨਾਂ ਨੂੰ ਤੇ ਟਰਾਂਸਪੋਰਟ ਵਰਗ ਨੂੰ ਨਹੀਂ ਮਿਲਣਾ ਚਾਹੀਦਾ। ਕਿ ਟਰਾਂਸਪੋਰਟ ਦੇ ਟਰੱਕਰ ਨੇ ਕਰਜ਼ ਲਏ, ਇਹਨਾਂ ਦੇ ਵਿਆਜ ਦੇ ਉੱਪਰ ਮਾਫੀ ਨਹੀਂ ਹੋਣੀ ਚਾਹੀਦੀ। ਕਿ ਅਸੀਂ ਜਦੋਂ ਆਪਣੇ ਵਾਹਨ ਚਲਾਏ ਨਹੀਂ ਹਨ, ਸਾਨੂੰ ਪਰਮਿਟ ਤੇ ਬੀਮੇ ਤੇ ਰਾਹਤ ਨਹੀਂ ਮਿਲਣੀ ਚਾਹੀਦੀ। ਕਿ ਜਦੋਂ ਇਹ ਸਥਿਤੀ ਸਮਾਨਯ ਹੋਏਗੀ, ਕੋਈ ਯੋਜਨਾ ਬਣਾਈ ਹੈ, ਸਾਨੂੰ ਵਰਕਿੰਗ ਕੈਪੀਟਲ ਮੁਹੱਈਆ ਕਰਾਇਆ ਜਾਏਗਾ ਸਾਡੇ ਕੰਮ ਕਰਨ ਲਈ, ਕਿ ਸਾਨੂੰ ਸੌਫਟ ਲੋਨ ਦਿੱਤੇ ਜਾਣਗੇ। ਜਿੱਥੇ ਸਾਡੇ ਸਵਾਲ ਹਨ, ਇਹ ਸਾਡੀ ਮੰਗ ਹੈ ਕੇਂਦਰ ਸਰਕਾਰ ਨੂੰ ਵੀ ਤੇ ਦੇਸ਼ ਦੇ ਸਾਰੀਆਂ ਸੂਬਾ ਸਰਕਾਰਾਂ ਨੂੰ ਵੀ ਕਿ ਜਲਦੀ ਤੋਂ ਜਲਦੀ ਇਹ ਮੰਗਾਂ ਨੂੰ ਮੰਨਿਆ ਜਾਵੇ ਕਿ ਇਸ ਇੰਨਾ ਵੱਡਾ ਉਦਯੋਗ ਜਿਹਦੇ ਨਾਲ 20 ਕਰੋੜ ਲੋਕ ਜੁੜੇ ਹਨ, ਉਹ ਟਰੱਕਰ ਜਿੰਦਾ ਰਹਿ ਸਕਣ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਗਾਮੀ ਸੀਜ਼ਨ ਦੇ ਲਈ ਝੋਨੇ ਦੀ ਬਿਜਾਈ ਨੂੰ ਧਿਆਨ ਵਿੱਚ ਰੱਖਦਿਆਂ ਮਜ਼ਦੂਰਾਂ ਦਾ ਪ੍ਰਬੰਧ ਯਕੀਨੀ ਬਣਾਏ। ਸੰਗਰੂਰ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਮੌਜੂਦਾ ਲੇਬਰ ਦੇ ਨਾਲ ਕਿਸਾਨ ਨਿਰਧਾਰਤ ਸਮੇਂ ਵਿੱਚ ਝੋਨੇ ਦੀ ਬਿਜਾਈ ਨਹੀਂ ਕਰ ਸਕਣਗੇ। ਉਹਨਾਂ ਕਿਹਾ ਹੈ ਕਿ ਸਰਕਾਰ ਚਾਹੇ ਤਾਂ ਕੇਂਦਰ ਸਰਕਾਰ ਦੇ ਨਾਲ ਸਲਾਹ ਮਸ਼ਵਰਾ ਕਰਕੇ ਰੇਲ ਦੇ ਰਾਹੀਂ ਮਜ਼ਦੂਰਾਂ ਦੀ ਉਪਲਬਧਤਾ ਯਕੀਨੀ ਬਣਾ ਸਕਦੀ ਹੈ। ਪਰ ਸਾਨੂੰ ਸਾਰਿਆਂ ਨੂੰ ਆਸ ਹੈ ਵੀ ਇਹ 15 ਦਿਨ ਤੱਕ ਇਹ ਜਿਹੜੀਆਂ ਸਾਰੀਆਂ ਰੋਕਾਂ ਲੱਗੀਆਂ ਹੋਈਆਂ ਨੇ, ਕਰਫਿਊ ਲੱਗਿਆ ਜਾਂ ਲਾਕਡਾਊਨ ਹੋਇਆ ਇਹਦੇ 'ਚ ਕੁਛ ਨਾ ਕੁਛ ਢਿੱਲ ਹੋਏਗੀ। ਤੇ ਢਿੱਲ ਹੋਣ ਤੋਂ ਬਾਅਦ ਜਿਹੜੀ ਲੇਬਰ ਹੈ, ਜਿਹੜੀ ਫੈਕਟਰੀਆਂ ਦੀ ਲੇਬਰ ਹੈ, ਫੈਕਟਰੀਆਂ 'ਚ ਵਾਪਸ ਚਲੇ ਜਾਏ, ਤੇ ਜਿਹੜੀ ਖੇਤੀ ਦੀ ਕਿਸਾਨਾਂ ਦੀ ਲੇਬਰ ਹੈ ਉਹ ਖੇਤਾਂ ਚਲੇ ਜਾਏ ਵਾਪਸ, ਤੇ ਦੂਜੇ ਸੂਬਿਆਂ 'ਚੋਂ ਵੀ ਆ ਜਾਣ। ਸੋ ਉਹ ਮੈਨੂੰ ਲੱਗਦਾ ਸਰਕਾਰ ਦੀ ਕੋਸ਼ਿਸ਼ ਤਾਂ ਹੋਏਗੀ, ਪਰ ਅਲਟੀਮੇਟਲੀ ਇਹਦਾ ਫੈਸਲਾ ਸਾਰੀ ਸੂਬਿਆਂ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਬੈਠ ਕੇ ਕਰਨਗੇ, ਕਿਉਂਕਿ ਜ਼ਿਆਦਾ ਸੂਬਿਆਂ ਨੇ ਇੱਕ ਦੂਜੇ ਤੋਂ ਦੂਜੇ ਸੂਬੇ ਤੱਕ ਜਾਣ ਤੇ ਰੋਕ ਲਾਈ ਹੋਈ ਹੈ। ਕੇਂਦਰ ਨੇ ਵੀ ਸਾਰੇ ਸੂਬਿਆਂ ਨੂੰ ਆਪਦੇ ਜਿਹੜੇ ਜ਼ਿਲ੍ਹੇ ਦੀਆਂ ਹੱਦਾਂ ਨੇ ਉਹਨਾਂ ਨੂੰ ਸੀਲ ਕਰਨ ਦੀ ਹਦਾਇਤ ਕੀਤੀ ਹੈ ਕਿ ਕੋਈ ਨਾ ਕੋਈ ਪ੍ਰਬੰਧ ਐਸਾ ਕਰ ਲਿਆ ਜਾਵੇ ਵੀ ਹੁਣੀ ਜਿਹੜਾ ਆਉਂਦੇ 15 ਦਿਨਾਂ ਦੇ ਵਿੱਚ ਲੇਬਰ ਜਿਹੜੀ ਹੈ ਉਹ ਆ ਜੇ, ਚਾਹੇ ਸਪੈਸ਼ਲ ਟ੍ਰੇਨਾਂ ਦੇ ਰਾਹੀਂ ਆ ਜੇ, ਜਿਸ ਵੀ ਰੂਪ 'ਚ ਸਰਕਾਰ ਚਾਹੁੰਦੀ ਹੈ, ਤੇ ਉਹਨਾਂ ਨੂੰ ਕਿਸਾਨਾਂ ਨੂੰ ਹਦਾਇਤ ਕਰਕੇ ਉਸ ਤਰੀਕੇ ਨਾਲ ਇੱਥੇ ਰੱਖ ਲਿਆ ਜਾਵੇ, ਤੇ ਤਾਂ ਕਿ ਜਿਹੜੀ ਹੈ ਝੋਨੇ ਦੀ ਫਸਲ ਹੈ ਉਹਦੀ ਸਮੇਂ ਸਿਰ ਬਿਜਾਈ ਹੋ ਸਕੇ। ਅਨਾਜ ਮੰਡੀ ਬਨੂੜ ਵਿੱਚ ਖਰੀਦ ਏਜੰਸੀ FCI ਦੇ ਮਾੜੇ ਪ੍ਰਬੰਧਾਂ ਦੇ ਕਾਰਨ ਕਿਸਾਨ ਪਿਛਲੇ 3 ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ 3 ਦਿਨਾਂ ਤੋਂ ਬਨੂੜ ਮੰਡੀ ਵਿੱਚ ਆਪਣੀ ਫਸਲ ਵੇਚਣ ਦੇ ਲਈ ਆਏ, ਪਰ ਉਹਨਾਂ ਦੀ ਕਣਕ ਨਹੀਂ ਖਰੀਦੀ ਗਈ, ਜਿਸ ਦੇ ਕਾਰਨ ਉਹਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ। ਉਹਨਾਂ ਨੇ ਮਾਰਕੀਟ ਕਮੇਟੀ ਦੇ ਗੇਟ ਦੇ ਅੱਗੇ ਖੜ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
ਨੋਵਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਲਗਾਏ ਗਏ ਕਰਫਿਊ ਦੌਰਾਨ ਪੁਲਿਸ ਦੀ ਵਰਦੀ ਪਾ ਕੇ ਘੁੰਮਣ ਵਾਲੇ ਇੱਕ ਵਿਅਕਤੀ ਨੂੰ ਲੰਘੀ ਰਾਤ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਹੈ। ਇਹ ਜਾਣਕਾਰੀ ਦਿੰਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਇਸ ਦੇ ਵਿਰੁੱਧ ਥਾਣਾ ਅਰਬਨ ਸਟੇਟ ਵਿਖੇ ਮੁਕੱਦਮਾ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਰ ਲਿਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਅਰਬਨ ਸਟੇਟ ਥਾਣੇ ਦੀ ਪੁਲਿਸ ਗਸ਼ਤ ਪਾਰਟੀ ਨੇ ਜਦੋਂ ਇਸ ਵਿਅਕਤੀ ਨੂੰ ਰੋਕ ਕੇ ਪੁੱਛਿਆ ਤਾਂ ਇਸ ਨੇ ਆਪਣੇ ਆਪ ਨੂੰ ਟਰਾਂਸਪੋਰਟ ਵਿਭਾਗ ਪੰਜਾਬ ਦੇ ਇੱਕ ਉੱਚ ਅਧਿਕਾਰੀ ਦਾ ਗਨਮੈਨ ਦੱਸਿਆ, ਪਰੰਤੂ ਜਦੋਂ ਇਸ ਬਾਬਤ ਪੜਤਾਲ ਕੀਤੀ ਗਈ ਤਾਂ ਇਹ ਵਿਅਕਤੀ ਇੱਕ ਪੁਲਿਸ ਮੁਲਾਜ਼ਮ ਨਾ ਹੋ ਕੇ ਪ੍ਰਾਈਵੇਟ ਤੌਰ ਤੇ ਉਕਤ ਅਧਿਕਾਰੀ ਨਾਲ ਡਰਾਈਵਰ ਵਜੋਂ ਕੰਮ ਕਰਦਾ ਪਾਇਆ ਗਿਆ, ਜਿਸ ਤੇ ਕਾਰਵਾਈ ਕਰਦਿਆਂ ਹਰਪ੍ਰੀਤ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆ ਗਿਆ। ਧੰਨਵਾਦ ਜੀ।